ਅਸਲ ਟੈਂਕੀ ਜਿਹੜੀ ਨਾ ਹੁਣ ਰੁਕੀ ਹੈ ਵਿੱਚੋਂ ਪੈਦਲ ਨਹੀਂ ਆਉਂਦੇ ਹੁਣ ਬਾਈ ਈਅਰ ਵਰਕ ਪਰਮਿਟ ਦੇ ਨਾਂ ਤੇ ਆਉਂਦੇ ਨੇ ਤੇ ਅੱਗੋਂ ਬਾਰਡਰ ਕ੍ਰਾਸ ਕਰਾਉਂਦੇ ਨੇ ਉਹਦੀ ਤੇ 3 ਲੱਖ ਆਉਂਦੀ ਸੈਲਰੀ। ਇਹ ਸੈਲਰੀ ਮਿਲਦੀ ਹੈ ਨਹੀਂ ਕਿ ਨਹੀਂ ਮਿਲਦੀ, ਏਜੰਟਾਂ ਦੇ ਰਾਬਤੇ ਹੁੰਦੇ ਨੇ ਜਿਹੜੀਆਂ ਮਸਲ ਲੀਗਲ ਹੁੰਦੇ। ਪੁਲਿਸ ਤੁਹਾਨੂੰ ਪਤਾ ਜਗ੍ਹਾ ਜਗ੍ਹਾ ਤੇ ਖਲੋਤੇ ਨੇ ਤੇ ਫਿਰ ਇਹ ਲੁੱਕ ਕੇ ਫੈਕਟਰੀਆਂ 'ਚ ਰਹਿੰਦੇ ਨੇ। अस्सलाम वालेकुम रहमतुल्लाहि वबरकातुहू। क्या हाल चाल है? उम्मीद आप सब खैरियत से होंगे। आप हमेशा मेरी वीडियो देखते हैं, इंफॉर्मेशन वाली होती है। तो आज मेरे साथ हैं बाबर भाई। तो बाबर भाई से आज इंटरव्यू करते हैं। वो सवालात जो आपके हैं कि तुर्की आकर हमें कुछ प्रॉब्लम तो नहीं होंगी, तो वो डिस्कस करते हैं आज बाबर भाई से। जी बाबर भाई, क्या हाल है? ठीक है जी अल्हम्दुलिल्लाह। कामरान भाई तो सुनाओ, ठीक ठाक हो? अच्छा बाबर भाई, अगर किसी बंदे ने यहाँ पर तुर्की से पाकिस्तान से तुर्की आना हो, हाँ जी, तो उनके लिए कुछ बातें हैं वो आप काइंडली बता दें। आकर कितनी मुश्किलात यहाँ पे होती हैं, नहीं होती, क्या सिस्टम है? ਕਾਮਰਾਨ ਸਾਹਿਬ ਪਹਿਲੀ ਦੀ ਗੱਲ ਅਸੀਂ ਜਿਹੜੀ ਵੀ ਗੱਲ ਕਰਾ ਦੇਣਾ ਉਹ ਹਕੀਕਤ ਕਰਾ ਦੇ। जी ਅਗਰ ਕੋਈ ਗੱਲ ਗਲਤ ਹੋਵੇ ਤਾਂ ਸਾਨੂੰ ਕਮੈਂਟਸ 'ਚ ਵੀ ਦੱਸ ਸਕਦਾ ਕਿ ਇਹ ਤੁਸੀਂ ਗੱਲ ਗਲਤ ਕੀਤੀ ਹੈ, ਠੀਕ ਹੈ। ਇੱਥੇ ਪਾਕਿਸਤਾਨ ਨੂੰ ਅਸੀਂ ਕਹਾ ਦੇਣਾ ਕਿ ਨਾ ਉਹ ਇਸ ਕੰਮ ਦੇ ਉੱਤੇ, ਉਹ ਕਹਿੰਦੇ ਕੀ ਕਰਨ ਦੇ ਨੇ, ਠੀਕ ਹੈ। ਹਰ ਬੰਦੇ ਦੇ ਹੁੰਦੇ ਨੇ ਆਪਣੇ ਵਕਤ ਨਸੀਬ, ਤੁਹਾਡੇ ਆਪਣੇ ਨੇ, ਸਾਡੇ ਆਪਣੇ ਨੇ। जी जी बिल्कुल ਤੁਸੀਂ ਇੱਥੇ ਮਾਰਾ ਖਾਧੀਆਂ ਨੇ, ਟਾਈਮ ਭੰਨੇ ਨੇ, ਠੀਕ ਹੈ, बिल्कुल। ਤੇ ਮਿਹਨਤ ਕਰਕੇ ਆਪਣੇ ਆਇਓ ਕਿਬਲਿਕ ਤੋਂ ਵਰਕ ਪਰਮਿਟ ਤੇ, ਠੀਕ ਹੈ। जी जी ਅਸੀਂ ਤੇ ਨਾਰਮਲ ਆ ਨਾ, ਜਿਵੇਂ TRC ਪੁਰਾਣੇ ਬੰਦਿਆਂ ਕੋਲ ਜਿੰਨਾ ਕੋਲ ਹੈਗੀ ਉਹ ਰੀਨਿਊ ਹੁੰਦੀ ਰਹਿੰਦੀ ਤੇ ਜਿਨ੍ਹਾਂ ਦਾ ਸਟੇਟਸ ਅੱਛਾ ਹੈ। ਤੇ ਬਾਕੀ ਜਿਹੜੇ ਵਰਕ ਇੱਥੇ ਜਿਹਨੇ ਵੀ ਨਵਾਂ ਆਉਣਾ ਹੈ ਨਾ, ਉਹ ਸਟੂਡੈਂਟ ਆ ਸਕਦਾ, ਉਹਦੀ TRC ਬਣੇ ਦੀ। ਜਿਹਨੇ ਵੀ ਆਉਣਾ ਨਾ ਵਿਜ਼ਿਟ ਵੀਜ਼ੇ ਤੇ ਭਾਵੇਂ ਲੈਂਗੁਏਜ ਵੀਜ਼ੇ ਤੇ ਕਿਸੇ ਵੀਜ਼ੇ ਤੇ ਵੀ, ਲੈਂਗੁਏਜ ਦਾ ਅਗਰ ਕੋਰਸ ਦਾ ਵੀਜ਼ਾ ਲੱਗੇਦਾ ਤਾਂ ਉਹਦੀ ਲੈਂਗੁਏਜ ਕਿਬਲਿਕ ਬਣਨ ਦੇ ਵੀ ਚਾਂਸ ਹੈ ਵੀ ਨੇ, ਨਹੀਂ ਵੀ ਹੈ, ਨਹੀਂ ਵੀ ਬਣਦੀ। हाँ लैंग्वेज से अगर हम TRC ਤੋਂ ਬਗੈਰ ਇੱਥੇ ਤੁਸੀਂ ਅਨਲੀਗਲ ਤੁਰਕੀ ਦੇ ਵਿੱਚ ਨਾ ਡਾਕੂਮੈਂਟ ਇਹ ਆਪਣੇ ਘਰ-ਬਾਰ ਨਹੀਂ ਵਹਾਉਂਦੇ। ਤੇ ਵੀਡੀਓ ਕਦੀ ਇਹਨਾਂ ਚਾਂਸ ਮਿਲ ਜਾਵੇ ਤੇ ਆਪਣੇ ਯਾਰਾਂ ਸੱਜਣਾ ਦੱਸ ਦਿੰਦੇ ਇੱਥੇ ਮਾਹੌਲ ਬਹੁਤ ਅੱਛਾ ਹੈ ਤੇ ਇਹ ਉਹ ਹੈ, ਤੇ ਉਹ ਕੋਈ ਟਿਕਟੋਕ ਦੇ ਇੱਧਰ ਉੱਧਰ ਵੀਡੀਓ ਚਾੜ ਦਿੰਦੇ। ਆਪਣੇ ਫੈਕਟਰੀਆਂ 'ਚ ਜਿਹੜੇ ਹਾਜ਼ਰ ਰਹਿੰਦੇ ਨੇ ਨਾ ਉਹ ਵੀਡੀਓ ਨਹੀਂ ਲਾਉਂਦੇ, ਉਹ ਵੀ ਵਹਾਣ ਕਰਨ ਨਾ ਕਿਹੜੇ ਹਾਜ਼ਰ हाँ ਰਹਿੰਦੇ जी, ਨੇ, ਇਹ ਚੀਜ਼ਾਂ ਨਹੀਂ ਵਹਾਉਂਦੇ। ये वो हकीकत है जो आपको बता रहे हैं तुर्की के अंदर, ਤੇ जिसके अंदर ਬਾਕੀ हम ਵਰਕ दोनों पढ़ो। ਪਰਮਿਟ ਦੇ ਉੱਤੇ ਤੁਸੀਂ ਇਹ ਲੋਕ ਆਉਂਦੇ ਨੇ ਤੇ ਆ ਕੇ ਇੱਥੇ ਇਹਨਾਂ ਨੂੰ ਖੁਸ਼ੀ ਤੇ ਬੜੀ ਹੁੰਦੀ ਹੈ, ਠੀਕ ਹੈ। ਅਸੀਂ ਵਰਕ ਪਰਮਿਟ ਤੇ ਆ ਗਏ, ਇੱਥੋਂ ਦੇ ਹੁਣ ਕਿੰਗ ਬਣ ਗਏ, ਜੇ ਅਸੀਂ ਡੌਨ ਬਣ ਗਏ। ਡੌਨ ਡੂਨ ਉਹਨੇ ਦੇ ਨਹੀਂ ਨੇ ਜਿੰਨੀ ਦੇਰ ਇਹ ਇਹਨਾਂ ਦੀ ਕੋਈ ਵਰਕ ਪਰਮਿਟ ਹੈ। ਇੱਥੇ ਜ਼ਿਆਦਾਤਰ 99% ਫਰਾਡ ਹੈ, ਕਿਉਂਕਿ ਇੱਥੇ ਤੁਰਕਸ਼ ਜਿਹੜੇ ਲੋਕ ਨੇ ਨਾ, ਉਹ ਜਿਹੜਾ ਕੰਮ ਨਹੀਂ ਨਾ ਕਰਦੇ, ਉਹ ਗੈਰ ਮੁਲਕੀ ਕੋ ਕਰਵਾਉਂਦੇ ਨੇ, ਠੀਕ ਹੈ। ਗੈਰ ਮੁਲਕੀ ਕੋ ਲੈਂਦੇ ਨੇ ਕੰਮ ਟਿਕਾ ਕੇ ਸਹੀ ਤਰ੍ਹਾਂ ਜਿਹਨੂੰ ਕਹਿੰਦੇ ਨੇ, ਉਹ ਉਹਨਾਂ ਨੂੰ ਵਰਕ ਪਰਮਿਟ ਮਿਲਦੇ ਨੇ। ਤੇ ਉਹ ਉਹਨਾਂ ਨੂੰ ਜਿੰਦੇ ਜ਼ਰੂਰਤ ਹੁੰਦੀ ਉਹਦੇ ਰੱਖਦੇ ਨੇ। 5 ਸਾਲ ਪੂਰਾ ਨਹੀਂ ਉਹ ਰੱਖਦੇ। 5 ਸਾਲ ਤੋਂ ਬਾਅਦ ਅਗਰ ਉਹ ਰਹਿ ਜੇ 5 ਸਾਲ ਤੋਂ ਉੱਤੇ ਤੇ ਤੁਸੀਂ ਨੈਸ਼ਨੈਲਿਟੀ ਲੱਭ ਜਾਂਦੀ, ਠੀਕ ਹੈ। ਹੁਣ ਜਿਵੇਂ ਤੁਹਾਡੇ ਕੋਲ ਵਰਕ ਪਰਮਿਟ ਤੁਹਾਨੂੰ ਉੱਤੇ ਹੋ ਗਏ ਨੇ ਵਰਕ ਪਰਮਿਟ ਤੇ 5 ਸਾਲ ਤੋਂ, ਤੁਸੀਂ ਤੇ ਅਪਲਾਈ ਕਰਕੇ ਲੈ ਸਕਦੇ ਹੋ, ਲੈਣਾ ਵੀ ਚਾਹੋ ਤੇ। जी जी ਤੇ ਜਿਹੜੇ ਲੋਕ ਆਉਂਦੇ ਨੇ, ਮੈਂ ਜ਼ਿਆਦਾਤਰ ਜਿੰਨੇ ਵੀ ਦੇਖੇ ਨੇ, ਜੋ ਵੀ ਇਸ ਫਰਾਡ ਹੈ। ਮਹੀਨਾ ਰੱਖਦੇ ਨੇ, 2 ਰੱਖਦੇ ਨੇ, ਜਾਂ ਉਹ ਫੈਕਟਰੀ ਰੀਜਨਲ 'ਚ ਨਹੀਂ ਭੇਜਦੇ, ਕਿਸੇ ਹੋਰ 'ਚ ਭੇਜ ਦਿੰਦੇ ਨੇ, ਬੰਦੇ ਵੇਚ ਦਿੰਦੇ ਨੇ ਫੈਕਟਰੀਆਂ ਦੇ ਅੰਦਰੋਂ, ਬਾਹਰ ਹੀ ਨਾ ਨਿਕਲਣ। ਜਦੋਂ ਉਹਨਾਂ ਨੂੰ ਤੌਰ ਤਰੀਕਾ ਸਮਝ ਲੱਗਦੀ ਨਾ, ਉਹ 10-10 12-12 ਲੱਖ 15-15 ਜਿੱਥੇ ਵੀ ਕੋਈ ਅੜੇ ਹੁੰਦੇ ਨੇ, ਉਹ ਫੈਕਟਰੀ 'ਚ ਉਹਨਾਂ ਦਾ ਵਰਕ ਬਾਅਦ 'ਚ ਕੈਂਸਲ ਕਰ ਛੱਡਦੇ ਨੇ। ਉਹਨਾਂ ਦੀ ਜਗ੍ਹਾ 'ਤੇ ਬਾਅਦ 'ਚ ਨਵੇਂ ਭਾਰੂ ਹੋਰ ਫਸਾ ਕੇ ਹੋਰ ਲੈ ਜਾਂਦੇ ਨੇ। ਉੱਥੋਂ ਬੜੇ ਫੋਨ ਆਉਂਦੇ ਨੇ, ਬੜੇ ਲੋਕ ਕਰਦੇ ਨੇ ਆ ਵਰਕ ਪਰਮਿਟ ਵਰਕ ਪਰਮਿਟ। ਉਹਨਾਂ ਨੂੰ ਅਸੀਂ ਸਮਝਾ ਕੇ ਨਾ ਥੱਕ ਗਏ ਆ। ਤੇ ਇਸ ਲਈ ਮੈਂ ਤੁਹਾਨੂੰ ਮਸ਼ਵਰਾ ਕੀਤਾ ਕਿ ਤੁਸੀਂ ਕੋਈ ਇੱਕ ਵੀਡੀਓ ਬਣਾਓ, ਆਪਣੇ ਵਲੌਗ 'ਤੇ ਦਿਓ ਕਿ ਇਹ ਆਵਾਮ ਨੂੰ ਇੱਥੋਂ ਸੁਣ ਲੈਣ, ਇੱਥੋਂ ਹੀ ਇਹ ਸੁਣ ਲੈਣ ਸਾਡੀ ਗੱਲ, ਅਤੇ ਇਹਨਾਂ ਨੂੰ ਕੋਈ ਸਮਝ ਆ ਜਾਏ। ਜੇ ਆਉਂਦੀ ਠੀਕ ਹੈ, ਨਹੀਂ ਵੀ ਆਉਂਦੀ ਤਾਂ ਨਾ ਆਵੇ। ਅਸੀਂ ਤਾਂ ਇੱਕ ਚੀਜ਼ ਦੱਸ ਸਕਦੇ ਕਿ ਇਹ ਫਰਾਡ ਹੈ। ਜਦੋਂ ਤੁਸੀਂ ਅਨਲੀਗਲ ਹੋ ਜਾਂਦੇ ਹੋ, ਤੁਹਾਡੇ ਕੋਲ ਵਰਕ ਪਰਮਿਟ 'ਤੇ ਆਏ, ਤੁਹਾਨੂੰ ਇਹਨਾਂ ਚੁੱਕਣਾ ਅਤੇ ਬਾਹਰ ਸੁੱਟ ਦੇਣਾ। ਹਾਂ, ਇਹ ਚੀਜ਼ ਹੈ ਕਿ ਏਜੰਟ ਜਿਹੜੇ ਇੱਥੋਂ ਦੇ ਹੈਗੇ ਨਾ, ਜਿਨ੍ਹਾਂ ਦੇ ਰਾਬਤੇ ਨੇ ਤੁਰਕਿਸ਼ ਬੰਦਿਆਂ ਦੇ ਨਾਲ, ਫੇਕ ਕੰਪਨੀਆਂ ਦੇ, ਜਿੱਥੇ ਲੈ ਕੇ ਵਰਕ ਪਰਮਿਟ ਕਢਵਾਉਂਦੇ ਨੇ, ਲੇਬਰ 'ਤੇ ਕਢਵਾਉਂਦੇ ਨੇ। ਹੌਲਾ ਕੰਮ ਜਿਹੜਾ ਸਭ ਤੋਂ ਹੌਲਾ ਹੈ ਨਾ ਦੁਨੀਆ ਦੇ, ਉਹਨਾਂ ਨੇ ਕਦੀ ਪਾਕਿਸਤਾਨ ਜਿਨ੍ਹਾਂ ਨੇ ਨਹੀਂ ਵੀ ਕਦੀ ਕੀਤਾ, ਉਸ ਕੰਮ ਦੇ ਇਹ ਵਰਕ ਪਰਮਿਟ ਨਿਕਲਦੇ ਨੇ। ਰੋਡ ਬਣ ਰਹੇ ਨੇ, ਸੜਕਾਂ ਬਣਦੀਆਂ ਨੇ, ਉੱਥੇ ਮਜ਼ਦੂਰੀ ਕਰਵਾਉਂਦੇ ਨੇ, ਠੀਕ ਹੈ। ਚਾਹੇ ਬਾਰਿਸ਼ ਹੋਵੇ, ਮੀਂਹ ਹੋਵੇ, ਤੱਤਾ ਹੋਵੇ, ਠੰਡਾ ਹੋਵੇ, ਗਰਮੀ ਤਾਂ ਖੈਰ ਹੁੰਦੀ ਹੈ ਇੰਨੀ, ਤੇ ਜਦੋਂ ਹੁੰਦੀ ਉਦੋਂ ਹੁੰਦੀ ਵੀ ਹੈ। ਫਿਰ ਹੋਰ ਸ਼ਹਿਰਾਂ 'ਚ ਇਸਤਾਂਬੁਲ ਵਗੈਰੇ ਸਾਰੇ ਤੇ ਨਹੀਂ ਨਾ ਇਲਾਕੇ ਹੈਗੇ, ਦੂਜੇ ਸ਼ਹਿਰਾਂ 'ਚ ਬੜੀ ਬੜੀ ਗਰਮੀ ਵੀ ਪੈਂਦੀ ਤੇ ਠੰਡ ਵੀ ਖੀਜ ਹੀ ਪੈਂਦੀ ਹੈ। ਤੇ ਜਿਨ੍ਹਾਂ ਨੇ ਨਹੀਂ ਨਾ ਕੰਮ ਕੀਤੇ ਹੁੰਦੇ ਪਾਕਿਸਤਾਨ 'ਚ, ਉਹਨਾਂ ਲਈ ਹੁੰਦਾ ਔਖਾ।
ਤੇ ਬਾਅਦ 'ਚੋਂ ਫਿਰ ਕੰਪਨੀ ਵਾਲਿਆਂ ਨੂੰ ਪਤਾ ਹੁੰਦਾ ਕਿਹਦਾ ਰਿਕਾਰਡ ਸਹੀ ਤੇ ਕਿਹਦਾ ਖਰਾਬ ਹੈ। ਜਿਹੜਾ ਮਾਰਦਾ ਨਾ ਬਹਾਨੇ ਨਾਲ ਛੁੱਟੀਆਂ ਬਹਾਰ ਹੈ ਉਹਦਾ ਰਿਕਾਰਡ ਸਾਰਾ ਅੱਗੇ ਉਹਨਾਂ ਕੋਲ ਜਾਂਦਾ ਹੈ। ਫਿਰ ਉਹਨੂੰ ਜਿਹੜਾ ਨਾ ਛੇਤੀ ਫਾਰਗ ਕਰ ਦਿੰਦੇ ਨੇ ਕਿ ਕੰਮ ਘਟ ਗਿਆ ਤੇ ਹੁਣ ਤੁਸੀਂ ਆਪਣੇ ਮੁਲਕ ਜਾ ਸਕਦੇ ਹੋ। हाँ जी मुल्क जा सकते फिर रिन्यूअल का भी बड़ा मसला ਹਾਂਜੀ ਰੀਨਿਊਵਲ ਦਾ ਵੀ ਬੜਾ ਮਸਲਾ ਹੈ। ਤੇ ਜਿਹੜੇ ਲੋਕ TRC ਸੀ ਨਾ ਜਿੰਨਾ ਉਹ ਵਰਕ ਪਰਮਿਟ ਤੇ ਉਹ ਜਿਹੜੇ ਫੈਕਟਰੀ 'ਚ ਕੰਮ ਕਰਦੇ ਰਹੇ ਨਾ ਮਾਲਕਾਂ ਨੂੰ ਬੰਦੇ ਅੱਛੇ ਲੱਗੇ ਨੇ ਉਹ ਸੈੱਟ ਨੇ ਉਹ ਠੀਕ ਨੇ ਉਹਨਾਂ ਦਾ ਰੀਨਿਊ ਹੁੰਦਾ ਰਹਿੰਦਾ ਕਿਉਂਕਿ ਉਹ ਮਾਲਕਾਂ ਨੂੰ ਪਹਿਲਾਂ ਹੀ ਉਹਨਾਂ ਨੇ ਵਜ਼ਨ ਉਹਨਾਂ ਦਾ ਜੇ ਤਕੜੀ ਜਿਹੀ ਨਾ ਤੋਲ ਲਿਆ ਹੁੰਦਾ ਕਿ ਇਹ ਬੰਦੇ ਇਹਨਾਂ TRC ਦੀ ਜਦੋਂ ਉਦੋਂ ਨਹੀਂ ਖਰਾਬੀ ਕੀਤੀ ਤੇ ਉਹ 12-13 ਹਜ਼ਾਰ ਜਿਹੜਾ ਇਹਦਾ ਮੇਰਾ ਸਕੋਰ ਤਾਂ ਜਾਂਦਾ ਇਹ ਗੈਰ ਮੁਲਕੀ ਦਾ ਪਾਕਿਸਤਾਨੀ ਹੋਵੇ ਕਿਸੇ ਵੀ ਮੁਲਕ ਦਾ ਹੋਵੇ। ਤੇ ਜਿਹੜਾ ਹੈਗਾ ਆਪਣਾ ਤੁਰਕਸ਼ ਇਹਨਾਂ ਦਾ 8-9 ਹਜ਼ਾਰ ਲੀਟਰ ਦੇ ਰਾਉਂਡ ਪਾਉਂਦੇ ਤੇ ਜਿਹੜਾ ਸੂਰੀਆ ਦਾ ਉਹਦਾ ਘੱਟ 5-6 ਹਜ਼ਾਰ ਲੀਟਰ ਦੇ ਰਾਉਂਡ ਪਾਉਂਦੇ। ਸਭ ਤੋਂ ਘੱਟ ਸੂਰੀਅਨ ਜਿਹੜੇ ਲੋਕ ਨੇ ਨਾ ਜਿਹੜੇ ਲੀਗਲ ਨੇ ਉਹਨਾਂ ਦਾ ਸਕੋਰ ਤਾਂ ਅਗਰ ਜੇ ਉਹ ਵਰਕ ਪਰਮਿਟ ਤੇ ਨੇ ਜਾਂ ਉਹ ਆਪਣੀ ਸੂਰੀਅਨ ਕਿਬਲਿਕ ਦੇ ਉੱਤੇ ਵੀ ਨੇ ਉਹਨਾਂ ਦਾ ਸਕੋਰ ਤਾਂ ਜਾਂਦਾ ਘੱਟ। ਤੇ ਜਿਹੜੇ ਨੇ ਨਾ ਗੈਰ ਮੁਲਕੀ ਹੁਣ ਇਸ ਤੁਰਕਸ਼ 9,000 ਹੈ ਤੇ ਗੈਰ ਮੁਲਕੀ ਦਾ 13,000 ਹੈ 12,000 13,000 ਇਹ ਤੇ ਤਨਖਾਹ ਦੇ ਹਿਸਾਬ ਨਾਲ ਵੱਧਦਾ ਰਹਿੰਦਾ। ਹੁਣ ਇਸ ਟਾਈਮ ਅਸਲੀ ਜਿਹੜੇ ਚੱਲਣ ਦੀ 28,000 ਲੀਟਰ ਦੇ ਰਾਉਂਡ ਪਾਉਂਡ ਪਰ ਸੈਲਰੀ ਇੱਥੇ ਜ਼ਿਆਦਾ ਵੀ ਮਿਲਦੀ ਹੈ 40-40 ਹਜ਼ਾਰ ਰੁਪਇਆ ਵੀ ਹੈ 40,000 50,000 जो पुराने लोग ਪੁਰਾਣਿਆਂ ਦੀ ਤੇ ਖੈਰ ਜ਼ਿਆਦਾ ਹੈ ਉਹ ਤੇ 60 70 80 ਹਜ਼ਾਰ ਵੀ ਕੱਢਣ ਦੇ ਮਹੀਨੇ ਦੀ ਐਸੇ ਲੋਕਾਂ ਨੂੰ ਮੈਂ ਜਾਣਦਾ ਵਾਂ। ਤੇ ਇੱਥੇ ਇਹ ਵੇ ਕਿ ਬੰਦਾ ਇਹ ਇੱਥੇ ਜ਼ਿਆਦਾਤਰ ਰਹਿੰਦੇ ਨੇ ਇਹ ਜਿੰਨੇ ਵੀ ਸਟੂਡੈਂਟ ਆ ਰਹੇ ਨੇ ਨਾ ਤੇ ਇਹ ਜ਼ਿਆਦਾ ਇਹਨਾਂ ਦਾ ਆਂਡਾ ਪ੍ਰੋਗਰਾਮ ਹੀ ਹੈ। ਚੰਗੀ ਗ਼ਿਜ਼ਾ ਨਹੀਂ ਇਹ ਖਾ ਸਕਦੇ ਨਾ ਇਹਨਾਂ ਨੇ ਖਾਣੀ ਹੈ ਤੇ 28,000 ਦੇ ਵਿੱਚ ਕਿਰਾਇਆ ਦੇਣ ਦੇ ਸਾਰਾ ਕੁਝ ਕਰਨ ਦੇ ਬਚਦਾ ਕੋਈ ਨਹੀਂ ਇੰਨਾ ਬਚਤ ਨਹੀਂ ਹੈਗੀ। ਪਰ ਇਹ ਵੇ ਅਗਰ ਵਰਕ ਪਰਮਿਟ ਤੇ ਵੀ ਜ਼ਿਆਦਾ ਦਿਨ ਕੱਢ ਲਓ ਭਾਵੇਂ ਭੁੱਖ ਕੱਟ ਲਓ ਤੇ ਭਾਵੇਂ ਜੋ ਵੀ ਹੈ ਪਰ ਇੱਥੋਂ ਦੇ ਪੇਪਰ ਮਿਲ ਜਾਂਦੇ ਨੇ ਕਾਗਜ਼ ਬਣ ਜਾਂਦੇ ਨੇ ਬੰਦੇ ਦੇ। बिल्कुल ਤੇ ਵਰਕ ਪਰਮਿਟ ਦੇ ਉੱਤੇ ਜਿੰਨੇ ਵੀ ਲੋਕ ਆਉਂਦੇ ਨੇ ਨਾ ਪਾਕਿਸਤਾਨ ਦੇ ਉੱਤੇ ਜ਼ਿਆਦਾਤਰ 99% ਜਿਹੜਾ ਨਾ ਉਹਨਾਂ ਦੇ ਨਾਲ ਫਰਾਡ ਹੀ ਹੁੰਦਾ ਹੈ। ਉਹ ਜ਼ਿਆਦਾਤਰ ਫਰਾਡ ਹੀ ਉਹ ਮਹੀਨੇ ਬਾਅਦ 2 ਬਾਅਦ 3 ਬਾਅਦ 4 ਬਾਅਦ ਉਹਨਾਂ ਨੇ ਕੱਢਣਾ ਹੀ ਕੱਢਣਾ ਹੁੰਦਾ ਹੈ। ਤੇ ਅਸੀਂ ਆਵਾਮ ਨੂੰ ਸਮਝਾਈਏ ਵੀ ਨਾ ਕਿ ਤੁਸੀਂ ਭਾਜੀ ਆਪਣਾ ਨਾ ਉਹ ਇਹ ਫਰਾਡ ਹੈ। ਫਿਰ ਵੀ ਉਹ ਕਹਿੰਦਾ ਲੈ ਉਹਦੀ ਤੇ 2.5 ਲੱਖ ਆਉਂਦੇ ਸ਼ਾਇਦ ਕਿ ਦੂਰ ਇਲਾਕਿਆਂ ਦੇ ਵਿੱਚ ਕੰਮ ਨੇ ਨਾ ਇਸਤੰਬੁਲ ਤੋਂ ਦੂਰ ਉਹ ਤੇ ਮਾਹੌਲ ਸ਼ੋਰ ਨਹੀਂ ਹੁੰਦਾ ਹੈਗਾ ਫਿਰਨ ਨੂੰ ਸਿਰਫ ਫੈਕਟਰੀ 'ਚ ਸੌ ਰਿਹਾ ਕੰਮ ਕਰਦਾ ਫੈਕਟਰੀ 'ਚ ਸੌ ਰਿਹਾ ਉਹਨਾਂ ਤੇ ਬੰਦੇ ਦੀ ਜ਼ਰੂਰਤ ਹੈ। ਉਹ ਤੇ ਇਸਤੰਬੁਲ ਤੋਂ ਵੀ ਉੱਥੇ ਜਾਏ ਉਹ ਬੰਦੇ ਨੂੰ ਕੰਮ ਤੇ ਰੱਖ ਲੈਂਦੇ। ਇੱਥੇ ਇੱਕ ਬੰਦਾ ਆਇਆ ਸੀ ਟਰਾਲੇ ਦੇ ਕੰਮ ਦੇ ਉੱਤੇ ਨਾ ਉਹਨੇ ਕਿਹਾ ਜੀ ਮੈਨੂੰ ਉੱਥੇ ਟਰਾਈ ਦਿੱਤੀ ਸਾਰਾ ਕੁਝ ਦਿੱਤਾ ਇੱਥੇ ਉਹਨਾਂ ਟਰਾਲੇ ਦਾ ਸਿਰਫ ਉਹਦੇ ਕੋਲ ਸਲਮ ਮਰਵਾਇਆ ਤੇ ਉਹਨਾਂ ਥੱਲੇ ਲਾ ਦਿੱਤਾ ਕਿ ਤੈਨੂੰ ਗੱਡੀ ਨਹੀਂ ਚਲਾਉਣੀ ਆਉਂਦੀ। ਉਹਦੇ ਕੋਲ ਬੜਾ ਭੈੜਾ ਕੰਮ ਲੈਂਦੇ ਰਹੇ ਉਹਨੇ ਕਿਹਾ ਮੈਂ ਨਹੀਂ ਕਰਨਾ ਉਹਨੇ ਕਿਹਾ ਚੱਲ ਤੂੰ ਜਾ ਤੂੰ ਇੰਨੇ ਦਿਨਾਂ 'ਚ ਤੁਰ ਜਾ। ਉਹਦੇ ਕੋਈ ਵੈਲਿਡ ਸੀ ਉਹਨੇ ਏਜੰਟ ਨਾਲ ਰਾਬਤਾ ਕੀਤਾ ਏਜੰਟ ਨੇ ਉਹਨੂੰ ਕਿਤੇ ਹੋਰ ਭੇਜ ਦਿੱਤਾ। ਉਹ ਉੱਥੇ ਗਿਆ ਤੇ ਉਹਨੇ ਕਿਹਾ ਜੀ ਇੱਕ ਫੱਟਾ ਸੀ ਬੜੇ ਬੁਰੇ ਹਾਲਾਤਾਂ ਨਾਲ ਬੰਦੇ ਸੌਂਦੇ ਪਏ ਸੀ 4-4 ਮਹੀਨੇ ਦੀਆਂ ਤਰਾਵਾਂ ਵੀ ਨਹੀਂ ਸੀ ਕਾਮਰਾ ਸਾਹਿਬ ਉਹਨੇ ਕਿਹਾ ਮਿਲੀਆਂ। ਉਹਨੇ ਅੱਕ ਕੇ ਨਾ ਇੱਥੇ ਕੰਮ ਕੀਤਾ ਤੇ 12 ਘੰਟੇ ਕਰਨੀ ਪੈਂਦੀ ਸੀ। ਉੱਥੇ ਟਰਾਲਾ ਚਲਾਉਂਦਾ ਸੀ ਕਿਤੇ ਪਾਕਿਸਤਾਨ ਉਹਨੇ ਕਹਿੰਦੇ 2-2.5-3 ਲੱਖ ਤੇ ਮੈਂ ਉੱਥੇ ਕਮਾ ਲੈਣਾ। ਉਹਨੇ ਭਾਜੀ ਫੌਰੀ ਜਿਹੜਾ ਨਾ ਟਿਕਟ ਕਰਾਈ ਵਾਪਸੀ ਦੀ ਵਰਕ ਪਰਮਿਟ ਵੈਲਿਡ ਦੇ ਵਿੱਚ ਹੀ ਨਾ ਉਹ ਆਪਣੇ ਮੁਲਕ ਤੁਰ ਗਿਆ ਪਾਕਿਸਤਾਨ। ਉਹਨੇ ਕਿਹਾ ਵੀਜ਼ਾ ਨਹੀਂ ਸਹੀ ਲਾਇਆ ਮੈਂ ਸਹੀ ਲੈਣ ਚੱਲਾ। ਮੈਂ ਕਿਹਾ ਤੈਨੂੰ ਉਹਨਾਂ ਨੇ ਵੀਜ਼ਾ ਦੇਣਾ ਸੀ ਅਮਰੀਕਾ ਦਾ ਦੇ ਦਿੱਤਾ ਉਹਨਾਂ ਨੇ ਤੈਨੂੰ ਤੁਰਕੀ ਦਾ ਗਲਤ ਤੂੰ ਸਹੀ ਵੀਜ਼ਾ ਲੈ ਗਿਆ। ਤੇ ਇਹ ਚੱਕਰ ਜੇ ਇੱਥੇ ਫਰਾਡ ਤੇ ਫਰਾਡ 99% ਫਰਾਡ ਹੈ। ਸਾਲ ਕੱਢ ਲੈਣ 2 ਕੱਢ ਲੈਣ 3 ਕੱਢ ਲੈਣ ਚੌਥਾ ਨਹੀਂ ਚੜਨ ਦਿੰਦੇ ਤੁਹਾਨੂੰ ਠੀਕ ਹੈ ਪਾਸਪੋਰਟ ਖਤਮ ਹੀ। ਬਾਕੀ ਤੁਹਾਨੂੰ ਕੋਈ ਕਵੇ ਜੀ ਹੈ ਤੁਹਾਡਾ ਵਰਕ ਪਰਮਿਟ ਤੋਂ 3 ਮਹੀਨੇ ਸਕੋਰ ਤਾਂ ਚਲੇ ਜਾਏ 4 ਚਲਾ ਜਾਂਦਾ 5 ਚਲੇ ਬਾਅਦ ਤੁਸੀਂ TRC ਆਇਓ ਤੇ TRC ਤੇ ਆਇਓ ਤੇ ਕਿਹੜਾ ਤੁਸੀਂ ਪਾਸਪੋਰਟ ਲੈਣਾ TRC ਤੇ ਆਇਓ ਤੇ ਸਟੂਡੈਂਟ ਤੇ ਆਇਓ ਤੇ ਉਹ ਏਜੰਟਾਂ ਨੇ ਤੁਹਾਨੂੰ ਮਾਲ ਲਾਣਾ ਲੁੱਟਣਾ ਹੀ ਹੈ। ਇਸ ਤਰ੍ਹਾਂ ਪ੍ਰੈਕਟੀਕਲ ਮੇਰੇ ਕੋਲ ਬੰਦੇ ਨੇ ਉਹਨਾਂ ਨੂੰ ਮੈਂ ਕਿਹਾ ਸੀ ਕਰਕੇ ਵੇਖਣਾ ਜੇ ਕੱਢ ਦੀ ਤਾਂ ਤੀਜਾ ਵਰਕ ਪਰਮਿਟ ਉਹਨਾਂ ਦਾ ਵੈਲਿਡ ਹੈ ਮੇਰੇ ਮੋਬਾਈਲ 'ਚ ਵੀ ਪਿਆ ਤੇ ਉਹਨਾਂ ਦਿੰਦੇ ਨਹੀਂ ਹੈ ਪਾਸਪੋਰਟ ਰੱਖ ਲੈਂਦੇ ਨੇ ਜਿਹੜੇ ਵੱਡੀਆਂ ਕੰਪਨੀਆਂ ਨੇ ਨਾ ਪਾਸਪੋਰਟ ਰੱਖ ਲੈਂਦੇ ਨੇ ਤੇ ਉਹਨਾਂ ਕੋਲ ਕਿਬਲੀ ਉਹਨਾਂ ਕੋਲ ਰਹਿੰਦੀ। ਨਾਲੇ ਇੱਥੇ ਜਿੰਨੇ ਵੀ ਜ਼ਿਆਦਾਤਰ ਆਉਂਦੇ ਨਾ ਪਾਕਿਸਤਾਨੀ ਅਗਰ ਚੰਗੀ ਕੰਪਨੀ ਲੱਭ ਵੀ ਜਾਏ ਨਾ ਉਹਨਾਂ ਨੂੰ ਕੀੜਾ ਜਿਹੜਾ ਨਾ ਤੰਗ ਕਰਦਾ ਰਹਿੰਦਾ ਯੂਰਪ ਜਾਣਾ ਯੂਰਪ ਆ ਜੀ ਉੱਥੋਂ ਦਾ ਇੱਥੇ ਜਿਹੜੇ ਸੈਲਰੀ ਜ਼ਿਆਦਾ ਹੋਵੇ ਇੱਥੇ ਤਨਖਾਹਾਂ ਜ਼ਿਆਦਾ ਹੋਣ ਮਾਹੌਲ ਜ਼ਿਆਦਾ ਹੋਵੇ ਇੱਥੇ ਤੇ ਕਾਗਜ਼ ਬੜੇ ਹੁੰਦੇ ਨੇ ਉਹ ਫਿਰ ਵੀ ਡੈਂਕੀ ਵਾਲੇ ਪਾਸੇ ਗੱਲਾਂ 'ਚ ਆ ਗਏ ਨਾ ਕੰਪਨੀ 'ਚੋਂ ਨੱਸ ਜਾਂਦੇ ਨੇ ਪਾਸਪੋਰਟ ਛੱਡ ਕੇ ਕੰਮ ਲੈਂਦੇ ਨੇ ਉਹ ਪਿੱਛੋਂ ਕੈਂਸਲ ਕਰਾ ਦਿੰਦੇ ਨੇ ਉਹ ਡੈਂਕੀ ਲਾ ਨੰਗੇ ਨਾ ਨੰਗੇ ਤੇ 99% ਤੋਂ पाकिस्तान फिर किसी मुल्क नहीं जा सकते हो। ठीक है जी ये थी इन्फॉर्मेशन आज की। अब आप एक पार्ट 2 हम बनाएंगे जिसके अंदर आपको तरीक़ाकार हम बताएंगे कि आपको किस वीज़े पर तुर्की के अंदर आना चाहिए
उसके लिए क्या क्या डॉक्यूमेंट्स रिक्वायर होते हैं। तो अभी यहीं से इजाज़त दें जी। ओके जी, अल्लाह हाफिज़। हाँ जी बाबर भाई। ਜੀ ਓਕੇ, ਸਾਡੇ ਵੱਲੋਂ ਬਾਏ। ਸਾਡੀ ਕੋਈ ਗੱਲ ਗਲਤ ਲੱਗੇ ਜਾਂ ਤੁਹਾਨੂੰ ਭੈੜੀ ਲੱਗੇ, ਹਾਂਜੀ। ਕਮੈਂਟਸ ਕਰ ਸਕਦੇ ਨੇ। ਇਹਨਾਂ ਨੂੰ ਹੋਰ ਇਨਫੋਰਮੇਸ਼ਨ ਅਸੀਂ ਦੇ ਸਕਦੇ ਹਾਂ, ਮਸਲਾ ਨਹੀਂ ਹੈਗਾ। ਇਹ ਸਦਕਾ ਜਾਰੀ ਹੈ, ਕਿਸੇ ਨੂੰ ਸਹੀ ਰਸਤੇ ਲਾਓ। ਅਸੀਂ ਨਹੀਂ ਕਹਿੰਦੇ ਕਿ ਨਾ ਆਓ, ਆਓ ਆਓ, ਪਰ ਉਹ ਏਜੰਟ ਦੇ ਨਾਲ ਆਪਣੇ ਨਾਲ ਐਗਰੀਮੈਂਟ ਕਰੋ। ਸਾਲ ਦਾ ਕਰੋ, 2 ਦਾ ਕਰੋ, 3 ਦਾ ਕਰੋ, 4 ਦਾ ਕਰੋ। ਸਾਲ 'ਚ ਤੇ ਤੁਹਾਡੇ ਮਸਾਂ ਪੈਸੇ ਹੀ ਪੂਰੇ ਹੁੰਦੇ ਨੇ। जी जी, ਤੇ वीडियो ਪੂਰੇ- बड़ी लंबी हो रही है। ਪੂਰੇ और नेक्स्ट ਹਾਲਾਤਾਂ ਦੇ वीडियो ਵਿੱਚ ਰਹਿੰਦੇ ਨੇ। ਤੇ ਬਾਕੀ ਕੋਈ ਨਹੀਂ, ਨੈਕਸਟ ਵੀਡੀਓ 'ਚ ਅਸੀਂ ਫਿਰ ਤੁਹਾਨੂੰ ਜਿਹੜੀ ਨਾ ਵਰਕ ਹਾਂਜੀ। ਪਰਮਿਟ ਦੇ ਬਾਰੇ 'ਚ ਹੋਰ ਵੀ ਤੁਹਾਨੂੰ ਮਾਲੂਮਾਤ ਦਿੰਦੇ ਰਵਾਂਗੇ। ਗੱਲਾਂ ਬੜੀਆਂ ਨੇ, ਬੜੇ ਲੋਕਾਂ ਨਾਲ ਜਿਹੜੇ ਹੋਏ ਨੇ ਉਹਨਾਂ ਦੇ ਵੀ ਤੁਹਾਨੂੰ ਅਸੀਂ ਉਹ ਗੱਲ ਕਰਾਂਗੇ ਜਿਹੜੀ ਸਾਡੇ ਨਾਲ ਪ੍ਰੈਕਟੀਕਲ ਬੰਦਿਆਂ ਦੇ ਨਾਲ ਬੀਤਦੀ ਹੈ। ਪ੍ਰੈਕਟੀਕਲ ਸਾਡੇ ਕੁਝ ਕੋਲੋਂ ਵੀ ਲਾ ਕੇ 5-7 ਮਸਾਲੇ ਲਾ ਕੇ ਗੱਲ ਕਰਦੇ ਨੇ। ਓਕੇ, ਅੱਲਾ